सत श्री अकाल जी साਰਿਆਂ ਨੂੰ स्वागत है ਤੁਹਾਡਾ ਪੰਜਾਬ ਵਾਲਾ 24/7 ਤੇ ਮੇਰਾ ਨਾਮ ਹੈ ਗਗਨਦੀਪ ਤੇ ਐਜ਼ ਪ੍ਰੋਮਿਸਡ ਮੈਂ ਤੁਹਾਡੇ ਲਈ ਮੈਂ ਤੁਹਾਨੂੰ ਕਿਹਾ ਸੀ ਆਪਾਂ ਕੱਲ ਕੀਤੀ ਕਿਹੜੀ ਕੀਤੀ ਆਪਾਂ ਕੀਤੀ ਮਿਲਟਰੀ ਐਕਸਰਸਾਈਜ਼ ਜਿੰਨੀ ਵੀ 2021 ਚ ਹੋਈਆਂ ਤੇ ਬਾਕੀ ਪੁਰਾਣੀ ਵੀ ਕਿਉਂਕਿ ਸਵਾਲ ਆਂਦਾ ਹੁੰਦਾ ਵੀ ਸੇ ਐਕਸਰਸਾਈਜ਼ ਦਾ ਨਾਂ ਲੈਂਦੇ ਤੇ ਕਿੰਨਾ ਵਿੱਚ ਹੋਈ ਜਾਂ ਫਿਰ ਕਿੰਨਾ ਵਿੱਚ ਹੋਈ ਹੈ ਤੇ ਉਹਦਾਂ ਦੀ ਐਕਸਰਸਾਈਜ਼ ਦਾ ਨਾਂ ਦੱਸੋ ਤੇ ਅੱਜ ਆਪਾਂ ਪੜਨ ਜਾ ਰਹੇ ਰਿਪੋਰਟਸ ਐਂਡ ਇੰਡਾਈਸਿਸ ਤੇ ਕੱਲ ਆਪਾਂ ਕਰਾਂਗੇ ਅਵਾਰਡਸ ਐਂਡ ਰਿਕੋਗਨੀਸ਼ਨ ਤਾਂ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਪੰਜਾਬ ਵੱਡਾ 24/7 ਦੇ YouTube ਤੇ ਪੰਜਾਬ 24/7 ਦੇ ਟੈਲੀਗ੍ਰਾਮ ਦੇ ਚੈਨਲ ਨੂੰ ਜਿਹੜੇ ਬੱਚੇ ਪੁਰਾਣੇ ਨੇ ਉਹਨਾਂ ਨੂੰ ਪਤਾ ਹੀ ਹੈ ਉਹਨਾਂ ਨੇ ਕੀਤਾ ਹੀ ਹੋਣਾ ਆਬਵੀਅਸਲੀ ਸਬਸਕ੍ਰਾਈਬ ਆਈ ਹੋਪ ਉਹਨਾਂ ਨੇ ਕੀਤਾ ਹੋਣਾ ਸਬਸਕ੍ਰਾਈਬ ਤੇ ਬਾਕੀ ਜਿਹੜੇ ਨਵੇਂ ਨੇ ਉਹ ਜ਼ਰੂਰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਚੈਨਲ ਦਾ ਨਾਂ ਇੱਕ ਵਾਰ ਲਿਖ ਲਓ ਚੈਨਲ ਦਾ ਨਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਆਹੀ ਵੀਡੀਓ ਦੇਖ ਰਹੇ ਹੋ ਟੈਲੀਗ੍ਰਾਮ ਤੇ ਵੀ ਇੱਕ ਫੋਲੋ ਕਰ ਲਓ ਉਹਦਾ ਨਾਂ ਹੈ ਜੀ ਪੰਜਾਬ ਅੱਡਾ 24/7 ਠੀਕ ਹੈ ਜੀ ਬਾਕੀ ਜੀ ਬਹੁਤ ਇੰਪੋਰਟੈਂਟ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਰਿਪੋਰਟਸ ਐਂਡ ਰੈਂਕਸ ਕਰਨ ਜਾ ਰਹੇ ਹਾਂ शुरू होने तो पहले ਤੁਹਾਨੂੰ ਦੱਸ ਦਈਏ PSPCL ਦਾ ਪੇਪਰ ਬਹੁਤ ਨੇੜੇ ਹੈ ਜਿਹੜੇ ਉਹਦੇ ਪੇਪਰ ਦੇ ਰਹੇ ਹਨ ਉਹਨਾਂ ਨੂੰ ਆਲ ਦਾ ਬੈਸਟ ਫੱਟੇ ਚੱਕਦੇ ਰਹੋ ਆਈ ਹੋਪ ਤੁਸੀਂ ਟੈਸਟ ਸੀਰੀਜ਼ ਬਾਈ ਕੀਤੀ ਹੋਣੀ ਤੇ ਅੱਜ ਕੱਲ੍ਹ ਟੈਸਟ ਲਾ ਰਹੇ ਹੋਣੇ ਐਨਾਲਾਈਜ਼ ਕਰ ਰਹੇ ਹੋਣੇ ਜਿਨ੍ਹਾਂ ਨੇ ਨਹੀਂ ਕੀਤੀ ਕੋਈ ਚੱਕਰ ਨਹੀਂ ਹੈ ਟੈਨਸ਼ਨ ਨਾ ਲਓ ਫਿਰ ਵੀ ਕੁਐਸਚਨ ਵਗੈਰਾ ਅਟੈਂਪਟ ਕਰੋ ਬਾਕੀ ਗੱਲ ਕਰੀਏ PSSSB ਕਲਰਕ ਦਾ ਪੇਪਰ ਬਹੁਤ ਛੇਤੀ ਆਉਣ ਲੱਗਾ ਬੈਚ ਸ਼ੁਰੂ ਹੋਣ ਲੱਗਾ 8 ਤਰੀਕ ਤੋਂ ਤਾਂ ਜੀ ਤੁਸੀਂ ਬਾਏ ਕਰ ਸਕਦੇ ਹੋ PSSSB ਕਲਰਕ ਦਾ ਬੈਚ ਬਾਏ ਕਰ ਸਕਦੇ ਹੋ ਕਿੱਥੋਂ ਅੱਡਾ 24/7 ਦੀ ਵੈਬਸਾਈਟ ਤੇ ਐਂਡਰੋਇਡ ਐਪ ਤੇ ਜਾ ਕੇ ਉੱਥੇ ਤੁਹਾਨੂੰ ਪਊਗਾ 1840 ਰੁਪਏ ਦਾ ਪਊਗਾ ਬਟ ਕਿੱਦਾਂ ਪਊਗਾ ਕੁਐਸਚਨ ਹੈ ਇਹ ਇੱਕ ਤੁਹਾਨੂੰ ਚਮਤਕਾਰੀ ਜਿਹਾ ਕੋਡ ਦਿੰਦੇ ਆ ਕੋਡ ਹੋਊਗਾ ਜੀ Y383 Y383 ਇਹ ਜੇ ਤੁਹਾਨੂੰ ਬਾਏ ਕਰਨਾ ਤਾਂ ਇਹ ਕਰੋ ਇਹ ਕੋਡ ਜ਼ਰੂਰ ਯੂਜ਼ ਕਰਿਓ 78% ਤੱਕ ਤੁਹਾਨੂੰ ਮਿਲਦਾ ਕੀ ਹੈ ਇੱਥੇ ਆਫ ਮਿਲਦਾ ਚਲੋ ਬਾਕੀ ਗੱਲਾਂ ਬਾਅਦ ਚ ਕਰਾਂਗੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਰਿਪੋਰਟਸ ਐਂਡ ਇੰਡਾਈਸਿਸ ਤਾਂ ਜੀ ਪਹਿਲੀ ਰਿਪੋਰਟ ਦੇਖੋ ਕੀ ਹੈ ਇਹ ਹੈ ਜੀ ਵਰਲਡ ਜਸਟਿਸ ਪ੍ਰੋਜੈਕਟਸ ਰੂਲ ਆਫ ਲਾਅ ਇੰਡੈਕਸ ਇਹ ਆਊਗਾ ਤੁਹਾਡਾ ਬਸ ਰੂਲ ਆਫ ਲਾਅ ਇੰਡੈਕਸ ਇਹਦੇ ਬਾਰੇ ਗੱਲ ਕਰੀਏ ਤਾਂ ਇੰਡੀਆ ਦੀ ਰੈਂਕ ਆਈ 79th ਰੈਂਕ ਆਈ ਹੈ ਆਊਟ ਆਫ 140 ਕੰਟਰੀਆਂ 140 ਦੇਸ਼ ਰੂਲ ਆਫ ਲਾਅ ਦਾ ਇੰਡੈਕਸ ਇਹਦੇ ਅੰਦਰ ਇਨਕਲੂਡਡ ਨੇ ਤੇ ਇਹਨਾਂ ਦੀ ਆਈ ਹੈ ਇੰਡੀਆ ਦੀ ਆਈ 79 ਰੈਂਕ ਕਿਹਦੇ ਅੰਦਰ ਵਰਲਡ ਜਸਟਿਸ ਪ੍ਰੋਜੈਕਟ ਇਹ ਪਬਲਿਸ਼ ਕਰਦੀ ਹੈ ਰੂਲ ਆਫ ਲਾਅ ਇੰਡੈਕਸ ਠੀਕ ਹੈ ਜੀ ਤਾਂ ਦੀ ਵਰਲਡ ਜਸਟਿਸ ਪ੍ਰੋਜੈਕਟਸ ਰੂਲ ਆਫ ਲਾਅ ਇੰਡੈਕਸ ਰੈਂਕ ਕਰਦੀ ਹੈ ਕੰਟਰੀਜ਼ ਨੂੰ ਬੇਸਡ ਔਨ ਸਕੋਰਸ ਰੇਂਜਿੰਗ ਫਰਮ 0 ਤੋਂ 1 ਤੱਕ with 1 indicating the strongest adherence to the rule of law मतलब कि rule of law है law ਦਾ ਕਿੰਨਾ ਉੱਥੇ ਸਤਿਕਾਰ ਹੁੰਦਾ ਕਿੰਨਾ ਫੋਲੋ ਹੁੰਦਾ 1 ਜਿਹਦੀ ਕੰਟਰੀ ਦਾ ਹੈ ਮਤਲਬ ਉੱਥੇ ਸਭ ਤੋਂ ਵੱਧ ਹੁੰਦਾ ਤੇ 0 ਆਬਵੀਅਸਲੀ ਗੱਲ ਹੈ ਉੱਥੇ ਜਮਾ ਹੀ ਨਹੀਂ ਹੁੰਦਾ ਤਾਂ ਜੀ ਕਹਿੰਦੇ ਜੀ ਡੈਨਮਾਰਕ ਨਾਰਵੇ ਫਿਨਲੈਂਡ ਮੈਂ ਪਹਿਲਾਂ ਵੀ ਕਿਹਾ ਸੀ ਡੈਨਮਾਰਕ ਨਾਰਵੇ ਫਿਨਲੈਂਡ ਸਵੀਡਨ ਆਈਸਲੈਂਡ ਇਹ ਨਾਰਡਿਕ ਕੰਟਰੀਜ਼ ਕਹਿੰਦੇ ਇਹਨਾਂ ਨੂੰ ਕਿਹੜੀ ਕੰਟਰੀਆਂ ਕਹਿੰਦੇ ਇਹਨਾਂ ਨੂੰ ਨਾਰਡਿਕ ਕੰਟਰੀਜ਼ ਕਹਿੰਦੇ ਨੇ ਤੇ ਇਹ ਕੰਟਰੀਆਂ ਮੋਸਟਲੀ ਬਹੁਤ ਹੀ ਜ਼ਿਆਦਾ ਹੈਪੀ ਨੇ ਬਹੁਤ ਹੀ ਜ਼ਿਆਦਾ ਪੀਸਫੁਲ ਨੇ ਤੇ ਜਿੰਨੇ ਵੀ ਇੰਡੈਕਸ ਹੁੰਦੇ ਮੋਸਟਲੀ 90% ਆਫ ਦਾ ਟਾਈਮ ਇਹ ਡੈਨਮਾਰਕ ਨਾਰਵੇ ਸਵੀਡਨ ਫਿਨਲੈਂਡ ਆਈਸਲੈਂਡ ਇਹ ਹੀ ਟੌਪ ਕਰਦੀਆਂ ਨੇ ਤਾਂ ਕਿਹਾ ਜੀ ਟੌਪ ਦਾ ਵਰਲਡ ਜਸਟਿਸ ਪ੍ਰੋਜੈਕਟ ਰੂਲ ਆਫ ਲਾਅ ਇੰਡੈਕਸ ਤਿੰਨ ਗੱਲਾਂ ਇਹਦੇ ਅੰਦਰ ਧਿਆਨ ਰੱਖਣ ਵਾਲੀ ਪਹਿਲਾਂ ਤਾਂ ਰੂਲ ਆਫ ਲਾਅ ਇੰਡੈਕਸ ਕੌਣ ਕਰਦਾ ਪਬਲਿਸ਼ ਵਰਲਡ ਜਸਟਿਸ ਰਿਪੋਰਟ ਕਰਦਾ ਪਹਿਲੀ ਗੱਲ ਦੂਜੀ ਗੱਲ ਇੰਡੀਆ ਦੀ ਰੈਂਕ ਕਿੰਨੀ ਹੈ 79 ਰੈਂਕ ਹੈ ਤੀਜੀ ਗੱਲ ਟੋਟਲ ਕੰਟਰੀਜ਼ ਕਿੰਨੀ ਨੇ 139 ਕੰਟਰੀਜ਼ ਨੇ ਤੇ ਤੁਹਾਨੂੰ ਧਿਆਨ ਰੱਖਣਾ ਦੇਖੋ ਫਸਟ ਰੈਂਕ ਆਈ ਹੈ ਫਸਟ ਰੈਂਕ ਹੈ ਜੀ ਡੈਨਮਾਰਕ ਦੀ ਠੀਕ ਹੈ ਜੀ ਸੈਕਿੰਡ ਰੈਂਕ ਹੈ ਨਾਰਵੇ ਦੀ ਤੇ ਜੀ 139th ਰੈਂਕ ਤੁਹਾਡੇ ਸਾਹਮਣੇ ਇਹ ਹੈ ਜੀ ਵੈਨੇਜ਼ੁਏਲਾ ਦੀ ਕਿਹੜੀ ਰੈਂਕ ਹੈ ਇਹ ਹੈ ਵੈਨੇਜ਼ੁਏਲਾ ਦੀ ਨੈਕਸਟ ਚਲੀਏ ਤਾਂ ਕਹਿੰਦੇ ਜੀ 2021 ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਇਹ ਵੀ ਧਿਆਨ ਦੇਣਾ 2021 ਦਾ ਜਿਹੜਾ ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਹੈ ਇਹਦੇ ਵਿੱਚ ਇੰਡੀਆ ਦੀ ਕਿੰਨੀ ਰੈਂਕ ਆਈ ਹੈ ਇਹਦੇ ਚ ਆਈ ਹੈ ਇੰਡੀਆ ਦੀ ਰੈਂਕ 71st ਰੈਂਕ ਆਈ ਹੈ ਕਿੰਨੀ ਕੰਟਰੀਜ਼ ਚੋਂ 113 ਕੰਟਰੀਜ਼ ਤੋਂ ਠੀਕ ਹੈ ਜੀ ਗਲੋਬਲ ਫੂਡ ਸਿਕਿਉਰਿਟੀ ਇੰਡੈਕਸ 2021 ਵਿੱਚ 113 ਕੰਟਰੀਆਂ 'ਚ ਇੰਡੀਆ ਦੀ ਰੈਂਕ ਆਈ ਹੈ 71 The global food security index is designed and constructed by London based economist impact ਇਹਨੇ ਪਬਲਿਸ਼ ਕਰਦਾ ਕੌਣ ਕਰਦਾ ਲੰਡਨ ਦੀ ਕੰਪਨੀ ਹੈ ਕੀ ਨਾ ਇਕੋਨੋਮਿਸਟ ਇੰਪੈਕਟ ਤੇ ਸਪਾਂਸਰ ਕਰਦਾ ਕੋਟੇਵਾ ਐਗਰੀ ਸਾਇੰਸ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਇੰਪੋਰਟੈਂਟ ਹੈ ਇਕੋਨੋਮਿਸਟ ਇੰਪੈਕਟ ਕਰਦਾ ਪਬਲਿਸ਼ ਇੰਡੀਆ ਦੀ ਰੈਂਕ ਹੈ 71ਵੀਂ ਤੇ ਟੋਟਲ ਕੰਟਰੀਜ਼ ਨੇ 113 ਥੱਲੇ ਦੇਖੋ ਕੀ ਲਿਖਿਆ ਆਇਰਲੈਂਡ ਆਸਟ੍ਰੇਲੀਆ UK ਫਿਨਲੈਂਡ ਸਵਿਟਜ਼ਰਲੈਂਡ ਨੀਦਰਲੈਂਡ ਜਿਹਨੂੰ ਆਪਾਂ ਹਾਲੈਂਡ ਕਹਿੰਦਾ ਸੀ ਪਹਿਲਾਂ ਕੈਨੇਡਾ ਜਾਪਾਨ ਫਰਾਂਸ ਤੇ US ਨੇ ਟੌਪ ਰੈਂਕ ਸ਼ੇਅਰ ਕੀਤੀ ਹੈ ਇੰਨੀ ਸਾਰੀ ਕੰਟਰੀਜ਼ ਨੇ ਟੌਪ ਰੈਂਕ ਸ਼ੇਅਰ ਕੀਤੀ ਹੈ ਤੇ ਆਪਾਂ ਕਿੱਥੇ ਆ ਆਪਾਂ ਹੈਗੇ ਜੀ 71 ਤੇ ਆਊਟ ਆਫ 113 ਕੰਟਰੀਜ਼ ਸਾਨੂੰ ਇੰਪਰੂਵ ਕਰਨ ਦੀ ਬਹੁਤ ਲੋੜ ਹੈ ਜੇ ਆਪਾਂ ਵਰਲਡ ਲੈਵਲ ਤੇ ਆਪਾਂ ਆਪਣੀ ਪਛਾਣ ਥੋੜੀ ਬਣਾਉਣਾ ਚਾਹੁੰਦੇ ਨੇ ਤਾਂ ਜੀ ਕੱਲੀ ਡਿਪਲੋਮੇਸੀ ਨੂੰ ਛੱਡ ਕੇ ਹੋਰ ਵੀ ਪੱਖਾਂ 'ਚ ਸਾਨੂੰ ਕੰਮ ਕਰਨ ਦੀ ਲੋੜ ਹੈ ਜਿਵੇਂ ਇਹ ਦੇਖ ਲਓ 71st ਰੈਂਕ ਬਹੁਤ ਹੀ ਮਾੜੀ ਹੈ ਇੰਡੀਆ ਵਰਗੀ ਕੰਟਰੀ ਲਈ ਕਿਉਂਕਿ ਆਪਾਂ G20 ਦੇ ਗਰੁੱਪ ਨੇ ਸਾਡੇ ਲਈ ਮਤਲਬ ਸਾਨੂੰ ਵੱਡੀ ਕੰਟਰੀ ਸਾਡੇ ਨਾਲ ਰਿਲੇਸ਼ਨ ਬਣਾਉਣਾ ਚਾਹੁੰਦੀਆਂ ਨੇ ਕਿਉਂਕਿ ਆਪਾਂ ਨੇ ਇਮਰਜਿੰਗ ਨੇਸ਼ਨ ਆਪਾਂ ਡਿਵੈਲਪਿੰਗ ਕੰਟਰੀ ਨੇ ਤੇ ਆਉਣ ਵਾਲੀ ਸੁਪਰ ਪਾਵਰ ਬਣ ਸਕਦੇ ਨੇ ਜੇ ਕਰ ਅਸੀਂ ਇਹੋ ਜਿਹੇ ਜਿਹੜੇ ਗਲੋਬਲ ਫੂਡ ਇੰਡੈਕਸ ਹੈ ਬਹੁਤ ਹੀ ਬੇਸਿਕ ਜੀ ਗੱਲ ਹੈ ਖਾਣਾ ਇਹਦੇ ਆਪਾਂ ਜੇ ਅੱਗੇ ਵੱਧ ਸਕਦੇ ਹਾਂ
ਤਾਂ ਇਹ ਤਾਂ ਬਹੁਤ ਵਧੀਆ ਗੱਲ ਹੋਊਗੀ। ਅੱਗੇ ਚਲੀਏ ਜੇ ਫਿਰ ਕਹਿੰਦੇ ਜੀ 2021 ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਦੀ ਹੀ ਗੱਲ ਹੋ ਰਹੀ ਹੈ। ਕਹਿੰਦੇ ਇੰਡੀਆ ਦੀ ਰੈਂਕ ਡ੍ਰੌਪ ਹੋਈ ਹੈ 101 ਤੋਂ ਅਮੰਗ 116 ਕੰਟਰੀਜ਼। ਇਹ ਹੰਗਰ ਇੰਡੈਕਸ ਹੈ, ਇਹ ਹੈਡਿੰਗ ਗਲਤ ਹੋ ਗਈ ਸੌਰੀ ਮੇਥੋਂ। ਇਹ ਜੀ ਹੰਗਰ ਇੰਡੈਕਸ ਹੈ, ਹੰਗਰ ਹੈ ਇੱਥੇ ਗਲੋਬਲ ਹੰਗਰ ਇੰਡੈਕਸ। ਤੇ ਇਹਦੇ ਅੰਦਰ ਦੇਖੋ ਬਹੁਤ ਹੀ ਮਾੜਾ ਹੋਇਆ। ਪਿਛਲੇ ਸਾਲ ਆਪਾਂ 101 ਰੈਂਕ ਸੀ, ਕਿੰਨੀ ਸੀ 101 ਰੈਂਕ। ਤੇ ਹੋਣਾ ਕੀ ਚਾਹੀਦਾ ਸੀ, ਆਪਾਂ ਐਕਸਪੈਕਟ ਕਰਦੇ ਜੀ ਇੰਡੀਆ ਹੈ ਹੁਣ ਵਧ ਰਹੀ ਹੈ ਕੰਟਰੀਜ਼, ਕਈ US UK ਸਾਡੇ ਨਾਲ ਰਿਲੇਸ਼ਨ ਬਣਾਉਣਾ ਚਾਹੁੰਦੇ ਨੇ, ਰਸ਼ੀਆ ਜਾਪਾਨ ਵਗੈਰਾ ਸਾਡੇ ਨਾਲ ਮਿਲੀਟਰੀ ਐਕਸਰਸਾਈਜ਼ ਕਰਦੇ ਨੇ, ਐਕਸਪੋਰਟ ਇੰਪੋਰਟ ਬਹੁਤ ਜ਼ਿਆਦਾ ਵਧ ਰਿਹਾ। ਤੇ ਹੋਇਆ ਕੀ 101 ਸੀ ਪਹਿਲਾਂ, ਹੁਣ ਕਿੰਨੀ ਹੋ ਗਈ ਸੌਰੀ 101 ਹੋ ਗਈ ਹੁਣ, ਪਹਿਲਾਂ ਕਿੰਨੀ ਸੀ 94। ਅਸੀਂ 7 ਰੈਂਕ ਥੱਲੇ ਆ ਚੁੱਕੇ ਹਾਂ। ਪਹਿਲਾਂ ਅਸੀਂ 94th ਰੈਂਕ 'ਤੇ ਸੀ, ਆਪਾਂ ਹੁਣ 100 ਤੋਂ ਬਾਹਰ ਆ ਚੁੱਕੇ ਨੇ। ਟੋਟਲ ਕੰਟਰੀਜ਼ ਹੀ 16 ਨੇ, 7 ਤੋਂ ਬਾਅਦ ਬਚੀਆਂ ਹੀ ਸਿਰਫ 15 ਕੰਟਰੀਜ਼ ਨੇ। ਬਹੁਤ ਹੀ ਮਾੜੀ ਗੱਲ ਹੈ। ਗਲੋਬਲ ਫੂਡ ਇੰਡੈਕਸ 'ਚ ਵੀ ਸਾਡਾ ਮਾੜਾ ਹਾਲ ਹੈ, ਗਲੋਬਲ ਸਿਕਿਉਰਿਟੀ ਹੰਗਰ ਇੰਡੈਕਸ 'ਚ ਵੀ ਸਾਡਾ ਮਾੜਾ ਹਾਲ ਹੈ, ਤੁਹਾਡੇ ਸਾਹਮਣੇ ਹੈ। ਪਹਿਲਾਂ 94 ਸੀ, ਹੁਣ 101 ਰੈਂਕ ਆ ਗਈ। ਕਹਿੰਦੇ ਜੀ 2021 ਦਾ ਗਲੋਬਲ ਹੰਗਰ ਇੰਡੈਕਸ ਸਕੋਰ ਆਫ ਇੰਡੀਆ ਇਜ਼ ਰਿਕਾਰਡਡ ਐਟ 27 ਨੰਬਰ ਮਿਲੇ ਨੇ ਸਾਨੂੰ 50 ਵਿੱਚ ਕਮਸ ਅੰਡਰ ਦਾ ਸੀਰੀਅਸ ਕੈਟੇਗਰੀ। ਓਬਵੀਅਸ ਜੀ ਗੱਲ ਹੈ ਜੀ, ਜੇ ਟੋਟਲ ਕੰਟਰੀਜ਼ 116 ਨੇ ਤੇ ਲਾਸਟ ਵਾਲੀ 16 ਕੰਟਰੀਜ਼ ਆਪਣਾ ਨਾਂ ਆਉਂਦਾ ਤਾਂ ਉਹ ਸੀਰੀਅਸ ਵਾਲਾ ਹੀ ਕੰਮ ਹੋਊਗਾ। ਤੇ ਇੰਡੈਕਸ ਤੇ ਪੇਪਰ ਲਈ ਗੱਲਾਂ ਪਬਲਿਸ਼ ਕੌਣ ਕਰਦਾ? ਇੰਡੈਕਸ ਕਰਦਾ ਜੀ ਵੈਲਟ ਹੰਗਰ ਲਾਈਫ WHH ਤੇ ਐਂਡ ਕੰਸਰਨਡ ਵਰਲਡ ਵਾਈਡ। ਇਹ ਐਟ ਵੈਲਟ ਹੰਗਰ ਲਾਈਫ, ਇਹ ਧਿਆਨ ਰੱਖਣਾ, ਇਹ ਕਰਦੇ ਹੈ ਪਬਲਿਸ਼ ਇਹਨੂੰ। ਕਿੰਨੀ ਰੈਂਕ ਇੰਡੀਆ ਦੀ 101, ਪਿਛਲੇ ਸਾਲ ਕਿੰਨੀ ਸੀ 94 ਰੈਂਕ ਸੀ, ਕਿਹੜੇ ਅੰਦਰ? ਵਰਲਡ ਗਲੋਬਲ ਹੰਗਰ ਇੰਡੈਕਸ ਵਿੱਚ। ਠੀਕ ਹੈ ਜੀ, ਚਲੋ ਜੀ ਅੱਗੇ ਚੱਲਦੇ ਹਾਂ। ਟੋਟਲ ਕੰਟਰੀ ਦੇ 116, ਬਹੁਤ ਹੀ ਮਾੜਾ ਹਾਲ ਹੈ। ਮੈਂ ਤਾਂ ਦੱਸਦੇ ਵੀ ਥੋੜਾ ਜਿਹਾ ਹੋ ਰਿਹਾ, ਬਸ ਕੀ ਕਰ ਸਕਦੇ। ਅੱਗੇ ਚੱਲੀਏ, ਇੱਕ ਹੁੰਦਾ ਜੀ ਹੈਨਲੀ ਪਾਸਪੋਰਟ ਇੰਡੈਕਸ। ਇਹ ਪਾਸਪੋਰਟ ਇੰਡੈਕਸ ਦਾ ਮਤਲਬ ਹੁੰਦਾ ਵੀ ਕਿੰਨੀ ਕੰਟਰੀਜ਼ ਵਿੱਚ ਕਿਹੜੀ ਕੰਟਰੀ ਦਾ ਪਾਸਪੋਰਟ ਪਾਵਰਫੁਲ ਹੈ। ਮਤਲਬ ਕਿ ਆਪਾਂ ਜਦੋਂ ਇੰਡੀਆ ਵੱਲੋਂ ਆਪਾਂ ਕਿਸੇ ਕੰਟਰੀ ਜਾਂਦੇ, ਉੱਥੇ ਜਾ ਕੇ ਸਾਨੂੰ ਪਹਿਲਾਂ ਵੀਜ਼ਾ ਅਪਲਾਈ ਕਰਨ ਦੀ ਜ਼ਰੂਰਤ ਹੈ ਜਾਂ ਉੱਥੇ ਵੀਜ਼ਾ ਔਨ ਅਰਾਈਵਲ ਹੈ। ਸਾਡੇ ਲਈ ਵੀ ਬਹੁਤ ਸਾਰੀ ਕੰਟਰੀ 'ਚ ਵੀਜ਼ਾ ਔਨ ਅਰਾਈਵਲ ਹੈ। ਸ਼੍ਰੀਲੰਕਾ, ਬਾਂਗਲਾਦੇਸ਼, ਨੇਪਾਲ ਵਰਗੀਆਂ ਕੰਟਰੀਆਂ, ਕਾਫੀ ਸਾਊਥ ਈਸਟ ਏਸ਼ੀਅਨ ਕੰਟਰੀਜ਼ ਵਿੱਚ, ਵੀਅਤਨਾਮ ਵਰਗੀ, ਉੱਥੇ ਜਾ ਕੇ ਸਾਨੂੰ ਵੀਜ਼ਾ ਪਹਿਲਾਂ ਅਪਲਾਈ ਕਰਨ ਦੀ ਲੋੜ ਨਹੀਂ। ਅਸੀਂ ਉੱਥੇ ਜਾਂਦੇ ਹਾਂ ਤੇ ਵੀਜ਼ਾ ਔਨ ਅਰਾਈਵਲ ਹੁੰਦਾ, ਉਹ ਕਹਿੰਦੇ ਆਪਾਂ ਹੈਨਲੀ ਪਾਸਪੋਰਟ ਇੰਡੈਕਸ। ਕਿੰਨਾ ਸਟਰੋਂਗ ਹੈ ਸਾਡਾ ਇੰਡੈਕਸ। ਤਾਂ ਕੀ ਕਿਹਾ ਇੱਥੇ? ਇੰਡੀਆ ਸਟੈਂਡਸ ਐਟ 84, 84 ਰੈਂਕ ਆਈ ਹੈ ਇੰਡੀਆ ਦੀ, 84th ਰੈਂਕ ਆਈ ਹੈ ਇੰਡੀਆ ਦੀ on the list as the Indian citizens can visit visa free on visa on arrival in over 58 places। ਆ ਦੇਖੋ ਮੈਂ ਗੱਲ ਕਰਦਾ ਤੇ ਕੁਝ ਕੰਟਰੀ 'ਚ ਕੁਝ ਨਹੀਂ ਨੇ, 84 ਰੈਂਕ ਆਈ। ਅਸੀਂ 58 ਕੰਟਰੀ 'ਚ ਜਾ ਸਕਦੇ ਨੇ ਜਿੱਥੇ ਵੀਜ਼ਾ ਦੀ ਲੋੜ ਨਹੀਂ ਹੈ, ਜਾਂ ਫਿਰ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਉੱਥੇ ਜਾ ਕੇ ਵੀਜ਼ਾ ਔਨ ਅਰਾਈਵਲ ਹੈ। ਕਹਿੰਦੇ ਜਾਪਾਨ, ਸਿੰਗਾਪੁਰ, ਜਰਮਨੀ ਤੇ ਸਾਊਥ ਕੋਰੀਆ ਸਟੈਂਡ ਇਨ ਦਾ ਟੌਪ 3। ਜਾਪਾਨ ਤੇ ਸਿੰਗਾਪੁਰ ਟੌਪ 3, ਜਾਪਾਨ, ਸਿੰਗਾਪੁਰ, ਜਰਮਨੀ ਤੇ ਸਾਊਥ ਕੋਰੀਆ ਟੌਪ 3 ਨੇ। ਮਤਲਬ ਕਿ ਇਹਨਾਂ ਕੰਟਰੀ ਜਿਹਦੇ ਕੋਲ ਇਹਨਾਂ 4 ਕੰਟਰੀ ਦਾ ਪਾਸਪੋਰਟ ਹੈ, ਉਹ ਮੋਸਟਲੀ ਕੰਟਰੀ 'ਚ ਜਾ ਸਕਦੀ ਹੈ ਵੀਜ਼ਾ ਅਪਲਾਈ ਕਰੇ ਬਿਨਾ। ਉੱਥੇ ਜਾਂ ਤਾਂ ਵੀਜ਼ਾ ਫ੍ਰੀ ਹੋਊਗਾ ਜਾਂ ਫਿਰ ਵੀਜ਼ਾ ਔਨ ਅਰਾਈਵਲ ਹੋਊਗਾ। ਇਹ ਗੱਲ ਧਿਆਨ ਰੱਖਣੀ ਹੈ। ਕਹਿੰਦੇ ਜੀ ਦਾ ਹੈਨਲੀ ਪਾਸਪੋਰਟ ਇੰਡੈਕਸ ਰਿਲੀਜ਼ਸ ਵਿਚ ਮੇਜਰਸ ਦਾ ਵਰਲਡਸ ਮੋਸਟ ਟਰੈਵਲ ਫਰੈਂਡਲੀ ਪਾਸਪੋਰਟ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ, ਟਰੈਵਲ ਫਰੈਂਡਲੀ ਪਾਸਪੋਰਟ ਮਤਲਬ ਕਿਹੜੀ ਕੰਟਰੀ ਤੁਸੀਂ ਜਾ ਸਕਦੇ ਹੋ, ਤੁਹਾਨੂੰ ਵੀਜ਼ਾ, ਤੁਹਾਨੂੰ ਤੁਹਾਡੇ ਉੱਤੇ ਰਿਸਟ੍ਰਿਕਸ਼ਨਸ ਘੱਟ ਨੇ, ਬਾਕੀ ਕੰਟਰੀ 'ਤੇ ਤੁਹਾਡੇ ਉੱਤੇ ਭਰੋਸਾ ਜ਼ਿਆਦਾ ਹੈ। ਹੈਨਲੀ ਪਾਸਪੋਰਟ ਇੰਡੈਕਸ ਰੀਚ ਦਾ ਲਿਸਟ ਆਫ ਦਾ ਮੋਸਟ ਪਾਵਰਫੁਲ ਪਾਸਪੋਰਟ, ਜਿਹਦੀ ਮੈਂ ਗੱਲ ਕੀਤੀ ਹੈ। ਫਸਟ ਰੈਂਕ ਹੈ ਜਾਪਾਨ ਦੀ, ਦੂਜੀ ਹੈ ਸਿੰਗਾਪੁਰ ਦੀ, ਤੀਜੀ ਹੈ ਜਰਮਨੀ ਤੇ ਸਾਊਥ ਕੋਰੀਆ ਦੀ, ਤੇ ਲਾਸਟ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੀ ਗੱਲ ਕਰੀਏ। ਆਹ ਦੇਖੋ, ਆਹ ਕਮਲੇ ਬੈਠੇ ਜੀ 107 ਤੇ, ਬਹੁਤ ਵਧੀਆ ਗੱਲ ਹੈ। ਤੇ 110 ਤੇ ਕਿਹੜੀ? ਇਹ ਮਾੜਾ ਹਾਲ ਹੋਇਆ ਇੱਥੇ ਅਫਗਾਨਿਸਤਾਨ ਦਾ, ਤੁਹਾਨੂੰ ਪਤਾ ਤਾਲਿਬਾਨ ਨੇ ਇੱਥੇ ਕਬਜ਼ਾ ਕਰ ਲਿਆ। ਤੇ ਲਾਸਟ 'ਚ ਹੈ ਅਫਗਾਨਿਸਤਾਨ। ਆਹ ਦੇਖੋ ਥੋੜਾ ਜਿਹਾ ਘੈਂਟ ਜਿਹਾ ਮੈਂ ਬਣਾਤਾ ਸੀ, ਬਣਾਤਾ ਹੀ ਮਿਲ ਗਿਆ। ਦ ਵੇਅਰਿੰਗ ਪਾਵਰ ਆਫ ਪਾਸਪੋਰਟ, ਫਸਟ ਤੇ ਜਾਪਾਨ, ਦੂਜੇ ਤੇ ਸਿੰਗਾਪੁਰ। ਮਤਲਬ ਕੀ ਦੱਸਿਆ ਇੱਥੇ? ਇਹ 192 ਕੰਟਰੀਜ਼ 'ਚ ਫ੍ਰੀ ਜਾ ਸਕਦੇ ਨੇ। ਕੌਣ ਕੌਣ? ਜਾਪਾਨ ਤੇ ਸਿੰਗਾਪੁਰ। ਸਿਰਾ ਨਹੀਂ ਹੈ ਕੰਮ, ਅਸੀਂ ਸਿਰਫ 58 ਆਹ ਜਿਹਦੇ ਕੋਲ ਜਾਪਾਨ ਤੇ ਸਿੰਗਾਪੁਰ ਦਾ ਪਾਸਪੋਰਟ, ਉਹ 192 ਕੰਟਰੀ 'ਚ ਫ੍ਰੀ ਜਾ ਸਕਦਾ। ਸੋਚਦੇ ਹੋ ਜੇ ਅਸੀਂ ਪੰਜਾਬੀਆਂ ਲਈ ਹੋਵੇ ਸੀ ਤਾਂ ਪੂਰਾ ਦਾ ਪੂਰਾ ਵਰਲਡ ਹੀ ਗਾਤਾ ਹੋਵੇ ਇੰਨੇ 'ਚ ਹੀ, ਹੈ ਤਾਂ ਦੇਖੋ 192 ਕੰਟਰੀ 'ਤੇ ਫ੍ਰੀ ਜਾ ਸਕਦੇ। ਸਿਰਾ ਹੀ ਲੱਗ ਗਿਆ। ਕਹਿੰਦੇ ਹੁਣ ਪੰਜਾਬੀ ਹੁਣ ਕੈਨੇਡਾ, ਆਸਟ੍ਰੇਲੀਆ, UK ਛੱਡੋ, ਜਾਪਾਨ ਜਾਂ ਸਿੰਗਾਪੁਰ ਚੱਲੋ, ਪਾਸਪੋਰਟ ਬਣਾਓ ਉੱਥੋਂ ਦਾ, PR ਲੈ ਕੇ ਵਧੀਆ ਪਾਸਪੋਰਟ ਲਓ ਤੇ ਘੁੰਮ ਕੇ ਆਓ ਵਰਲਡ। ਠੀਕ ਹੈ ਜੀ। ਤੇ ਜਰਮਨੀ 190 ਕੰਟਰੀਜ਼, UK USA ਦੇਖੋ ਘੱਟ ਨਹੀਂ ਹੈ ਵੈਸੇ 185, ਆਸਟ੍ਰੇਲੀਆ 184, ਤੇ ਥੱਲੇ ਤੁਹਾਨੂੰ ਦਿਖ ਰਹੀ ਹੈ ਅਫਗਾਨਿਸਤਾਨ। ਇਹ 26 ਕੰਟਰੀਜ਼ 'ਚ ਘੁੰਮ ਸਕਦੇ ਇਹਦੇ ਬੰਦੇ। ਹੈਨਲੀ ਪਾਸਪੋਰਟ ਇੰਡੈਕਸ, ਇਹਦੇ ਬਾਰੇ ਗੱਲ। ਹੁਰੂਨ ਇੰਡੀਆ ਰਿਚ ਲਿਸਟ ਬਾਰੇ ਗੱਲ। ਹੁਰੂਨ ਇੰਡੀਆ ਇੱਕ ਰਿਚ ਲਿਸਟ ਹੈ। ਹੁਰੂਨ ਇੱਕ ਕੰਪਨੀ ਹੈ, ਉਹ ਹਰ ਸਾਲ ਕੱਢਦੀ ਹੈ, ਇੱਕ ਰਿਚ ਲਿਸਟ ਕੱਢਦੀ ਹੈ। ਤੇ ਸਾਡੇ ਮੁਕੇਸ਼ ਅੰਬਾਨੀ ਭਾਜੀ ਇਸ ਸਾਲ ਵੀ ਇਹਨਾਂ ਨੇ ਟੌਪ ਕੀਤਾ ਹੈ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਟੌਪ ਕੀਤਾ IIFL ਵੈਲਥ ਹੁਰੂਨ ਰਿਚ ਲਿਸਟ ਫॉर ਦਾ ਕਿੰਨਾਵਾਂ ਸਾਲ? 10th ਕੰਜ਼ੀਕਿਊਟਿਵ ਈਅਰ, ਲਗਾਤਾਰ 10ਵੇਂ ਸਾਲ ਭਾਜੀ ਹੁਣੀ ਨੇ ਟੌਪ ਕੀਤਾ ਹੋਇਆ ਹੈ।
इन 2021 his total net worth was recorded at 7,18,000 करोड़। बाई ने चिब ही काट दिए हैं। कहते जी 2021 में 7,18,000 करोड़ रुपये इन्होंने कमाया है। दूसरे नंबर पर तुहानूं पता ही है इंडिया देखो दो बंदियां तो चल रहा है इस टाइम, अंबानी या अडानी। तो अडानी जी है कि दूजे नंबर पर गौतम अडानी जी ने, इन्होंने कमाए ने जी 5,05,900 करोड़। तो तीजे ते HCL वाले शिव नादर जी, इन्हों की पूरी फैमिली दी, हाँ फैमिली ऑफ HCL टेक्नोलॉजी, इन्होंने कमाए ने 2,36,600 करोड़। भाजी बहुत पिछे रह गए हैं, है ना जी, काफ़ी पिछे रह गए हैं, बहुत ज़्यादा। ठीक ने तो जी टॉप 3 थोनों दसते, मुकेश अंबानी भाजी, अडानी गौतम अडानी, तो तीजे ते शिव नादर HCL वाले। तो एक होंगी है जी फोर्ब्स इंडिया रिच लिस्ट। फोर्ब्स की है जी USA की मैगजीन है, वो करती है रिच लिस्ट। ये सी होरों दी इंडिया की, ये हुण फोर्ब्स की फोर्ब्स इंडिया रिच लिस्ट। तो ये अंदर भी मुकेश भाजी हुणी, किहड़े वाले मुकेश भाजी हुणी, ये अंदर भी भाजी ने टॉप किया है। कहते जी रिलायंस इंडस्ट्री लिमिटेड के चेयरमैन ना कि उन्होंने मुकेश अंबानी हैज़ टॉप्ड द फोर्ब्स इंडिया रिच लिस्ट फॉर 2021। ये करता कि 100 रिचेस्ट इंडियंस का ना करता है। तो ही हैज़ रिटेन्ड हुरून इंडिया किन्ने साल लगातार है, 10th 10 साल लगातार। तो फोर्ब्स किन्ने साल हो गए लगातार, 14वां साल, 14वीं का चन्न। कहते इत्थे भाजी हुणी 14 साल तो फोर्ब्स इंडिया रिच लिस्ट टॉप च बने हुए हैं सिंस 2008। थोड़े सामने 2008 तो। कहते जी सैकेंड स्पॉट इत्थे भी मैं जिवें गल की, दो बंदे चला रहे हैं, एक अंबानी भाजी चला रहे हैं, एक अडानी भाजी चला रहे हैं। सैकेंड स्पॉट रखा जी अडानी ग्रुप चेयरमैन गौतम अडानी जी ने। तीजे ते उही गल, फिर उही देखो फर्स्ट 3 तिने ने सेम ने, मुकेश अंबानी फर्स्ट ते अंबानी, दूजे ते गौतम अडानी, ते तीजे ते शिव नादर HCL वाले। ठीक है जी, फोर्ब्स च भी हुरून च भी ये तिने ने। ठीक है जी, ये हो गया सवाल थोड़े, मतलब सवाल कह रहे, ये हो गया जवाब, ये हो गया जी फोर्ब्स इंडिया रिच लिस्ट। चलो अगे एक होंगी जी डूइंग बिजनेस रिपोर्ट। ये गल करते, ये कौन लॉन्च करता, ये करता सी वर्ल्ड बैंक ग्रुप करता सी। हुण ये बारे गल्लां करते, ये हो चुकी है बंद, क्यों? कहते जी द वर्ल्ड बैंक ग्रुप ये लॉन्च करते होंगे। सवाल आता सी पहला जी, हुण भी आ सकता भी डूइंग बिजनेस रिपोर्ट कौन करता, ये करता जी वर्ल्ड बैंक ग्रुप। कहा जी द वर्ल्ड बैंक हैड डिसाइडेड टू डिसकंटिन्यू द पब्लिकेशन ऑफ डूइंग बिजनेस रैंकिंग्स ऑफ कंट्री बिजनेस क्लाइमेट्स आफ्टर रिव्यू ऑफ डेटा रेगुलरिटीज इन 2018 ते 20 रिपोर्ट्स। कहते जी जी रिपोर्ट आई 2018 ते 20 वाली कादी डूइंग बिजनेस रिपोर्ट की, ये अंदर कुछ इरेगुलरिटी सी। पता लग गया जी कुछ कंट्रियां ने पैसे पोहे दे के अपनी रैंकिंग वधिया कराई। हुंदा कि डूइंग बिजनेस रिपोर्ट भी जो बाहरली कोई कंट्री आके उहदे मान लो इंडिया की रैंक फस्ट होंगी है, तो जी मोस्ट ऑफ द कंट्रीज ऐ बाहरले लोगों के, बाहरली कंट्री के लोग ऐ होणगे भी यदि इधर अंदर डूइंग बिजनेस रिपोर्ट वधिया है, मतलब है कि उत्थे बिजनेस करना बहुत सौखा है, बिजनेस शुरू करना बहुत सौखा है। तो वह जाके उत्थे अपना बिजनेस खोलते हैं। बट जे पैसे पूहे दे के बनाई होंगी, रिश्वत लेके जिवें बनाई होवे, तो जी उन्होंने गुमराह किया जाता, तो उधर जाके फस जाते हैं, टैक्स रूल्स वगैरह होंगे। तो इहो जी गल है, बस उत्थे ये झूठा बनाया जाता। तां करके इन्होंने कहा 2018 ते 20 वाली रिपोर्ट से तुसीं धांधली करती, तो आप डिसकंटिन्यू कर दी। तो वर्ल्ड बैंक बारे एक दो गल्लां, इन्हां दे जिहड़े प्रेजिडेंट साहब ने, प्रेजिडेंट साहब का नाम है जी डेविड मालपास। ये बनया कदों सी, जुलाई 1944 में 1944 में बनया था आफ्टर वर्ल्ड वार। तो हैडकुआटर था वाशिंगटन DC USA। कित्थे USA। जे अगे चलीए आपां तो जी एक होंगी वर्ल्ड हैप्पीनैस रिपोर्ट, किन्ने लोग उत्थे खुश ने उस कंट्री विच। ये काफ़ी सारे मेजर होंगे ने ये अंदर। तो जी इंडिया की रैंक कितनी आई है 139। इन्ने खुश ने असी, देख रहे हो आप मेरे दंद देखो किन्ने खुश ने। तो जी 139 रैंक आई है 149 देशों चो, बहुत ही माड़े हाल ने। ग्लोबल हंगर इंडैक्स, ग्लोबल फूड सिक्योरिटी इंडैक्स तीजा हो गया हुण, वर्ल्ड हैप्पीनैस रिपोर्ट एंड च ही तुरे फिरते हैं। 139 रैंक आई 150 कंट्रियों, बहुत ही माड़ा हाल है। पता नहीं कित्थों बनणगे असीं सुपर पावर, कदों बनणगे, बट रब करे बन जाण कदे। तो जी ये बारे गल करिए तो किने कीती है कि है जी UN की वर्ल्ड हैप्पीनैस रिपोर्ट है 2021। ये इंडिया की रैंक पिछले साल 140 सी। आपां जी बहुत ज़्यादा मेहनत करके, बहुत ज़्यादा डेवलपमेंट करके, बहुत ज़्यादा मतलब कि हर पक्षों विकास करके साडी रैंक 139 आई, आप एक रैंक उत्ते आए हैं। तो जी वर्ल्ड हैप्पीनैस रिपोर्ट हैज़ बीन टॉप्ड बाय फिनलैंड। मैं थोड़ा दसिया जिवें नॉर्डिक कंट्री ने, स्वीडन, नॉर्वे, फिनलैंड, आइसलैंड, डेनमार्क, ये सारी कंट्रीज मोस्टली टॉप कर दी 95% ऑफ द इंडाइसिस। तो जी फिनलैंड ने टॉप किया चौथे साल लगातार, बाई हुणी चिब कढ़ रहे हैं। कहते जी 2021 द 9th वर्ल्ड हैप्पीनैस रिपोर्ट 9वीं बार छपी है इस बारी, एंड फोकस इज ऑन द इफेक्ट्स ऑफ COVID-19 एंड हाउ पीपल ऑल ओवर द वर्ल्ड हैव फेयर्ड। कहते जी इस साल ये पूछा गया लोगों तो भी COVID-19 का थोड़े परिवार, थोड़ी हैल्थ, थोड़े उत्ते कितना फर्क पिया।
ਤੇ ਹੁਣ ਤੁਸੀਂ ਉਹ ਤੋਂ ਕੋਪ ਅਪ ਕਿਵੇਂ ਕਰ ਰਹੇ ਹੋ, ਤੁਹਾਨੂੰ ਕਿਵੇਂ ਲੱਗ ਰਿਹਾ, ਤੁਸੀਂ ਅੱਗੇ ਕਿਵੇਂ ਐਡਵਾਂਸ ਕਰੋਗੇ, ਤੁਹਾਡੀ ਜ਼ਿੰਦਗੀ ਕਿੰਨੀ ਬਦਲ ਗਈ ਹੈ, ਇਹ ਸਭ ਪੁੱਛਿਆ ਗਿਆ ਇਸ ਸਾਲ ਵਾਲੀ ਵਰਲਡ ਹੈਪੀਨੈਸ ਰਿਪੋਰਟ 'ਚ। ਤੇ ਇੰਡੀਆ ਦੀ ਰੈਂਕ ਆਈ ਹੈ 139 ਆਊਟ ਆਫ 149। 2019 ਚ ਆਈ ਸੀ 140, ਆਡੀ ਰੈਂਕ ਉੱਤੇ ਹੋਈ ਹੈ, ਵਧਾਈਆਂ ਹੁਣ ਸਾਰਿਆਂ ਨੂੰ। ਤਾਂ ਜੀ ਟੌਪ 10 ਕੰਟਰੀਜ਼ ਨੇ, ਮੈਂ ਕੀ ਦੱਸਿਆ ਉਹ 5 ਕੰਟਰੀਆਂ ਮੋਸਟਲੀ ਟੌਪ 'ਚ ਹੀ ਨੇ। ਫਿਨਲੈਂਡ, ਆਈਸਲੈਂਡ, ਡੈਨਮਾਰਕ, ਇਹ ਆ ਗਿਆ ਸਵੀਡਨ, ਇਹ ਆ ਗਿਆ ਨਾਰਵੇ, ਆ ਗਈ ਜੀ ਉਹੀ 5 ਕੰਟਰੀਜ਼ ਟੌਪ 10 'ਚ ਨੇ। 3 ਤਾਂ ਇਹਨਾਂ ਨੇ ਟੌਪ ਕੀਤੀਆਂ। ਹੁਣ ਜੀ ਮਾੜੇ ਵਾਲਾਂ ਦੀ ਗੱਲ ਕਰ ਲਈਏ, ਸਭ ਤੋਂ ਥੱਲੇ ਅਫਗਾਨਿਸਤਾਨ 148 ਤੇ, ਜ਼ਿੰਬਾਬਵੇ, ਰਵਾਂਡਾ 47 ਤੇ, ਬੋਟਸਵਾਨਾ 46 ਤੇ, ਲਿਸੋਟੋ 145 ਤੇ। ਇਹ ਨੇ ਜੀ ਸਭ ਤੋਂ ਥੱਲੇ ਵਾਲੀ ਕੰਟਰੀ, ਮਤਲਬ ਇੱਥੇ ਬੁਰੇ ਹਾਲ ਨੇ ਲੋਕਾਂ ਦੇ, ਬੁਰੇ ਹਾਲ ਨੇ ਸਰਕਾਰ ਦੇ। ਤੁਹਾਨੂੰ ਪਤਾ ਹੀ ਹੈ ਜੀ ਅਫਗਾਨਿਸਤਾਨ ਦਾ ਹਾਲ ਕੀ ਹੈ, ਤਾਲੀਬਾਨ ਨੇ ਕੈਪਚਰ ਕਰ ਲਿਆ, ਕਹਿੰਦੇ ਨਾ ਬਦਲਤਾ, ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਰੱਖਤਾ। ਕਹਿੰਦੇ ਜੀ ਔਰਤਾਂ ਨੂੰ ਹੁਣ ਕੰਮ ਕਰਨ ਦੀ ਇਜਾਜ਼ਤ ਹੈ ਨਹੀਂ। IAS ਆਫੀਸਰ ਇੱਦਾਂ ਹੀ ਬਣੇ ਪਏ ਨੇ ਉੱਥੇ, ਮੀਮ ਜੇ ਤੁਸੀਂ ਦੇਖੇ ਹੁਣ, ਬੰਦੂਕਾਂ ਲੈ ਕੇ ਬਹਿ ਗਏ। IPL ਕਹਿੰਦੇ ਅਸੀਂ ਬਾਇਕਾਟ ਕਰਨਾ, ਕਿਉਂ ਕਰਨਾ, ਕਹਿੰਦੇ ਉੱਧਰ ਤੀਵੀਆਂ ਬੈਠੀ ਹੁੰਦੀ, ਔਰਤਾਂ ਬੈਠੀ ਹੁੰਦੀ, ਸਿਰ ਨਹੀਂ ਢੱਕਿਆ ਹੁੰਦਾ। ਕਾਫੀ ਜ਼ਿਆਦਾ ਹੀ ਰਿਗਰੈਸਿਵ ਸੋਸਾਇਟੀ, ਕਾਫੀ ਜ਼ਿਆਦਾ ਹੀ ਰਿਗਰੈਸਿਵ ਉੱਥੇ ਹੈ। ਚਲੋ ਆਪਾਂ ਕੀ ਕਰ ਸਕਦੇ ਹਾਂ, ਵੀ ਕੈਨ ਜਸਟ ਹੋਪ ਫॉर देम ਕਿ ਸਭ ਕੁਝ ਛੇਤੀ ਤੋਂ ਛੇਤੀ ਠੀਕ ਹੋ ਜਾਏ ਤੇ ਉੱਥੇ ਲੋਕਾਂ ਦੀ ਲਾਈਫ ਵੀ ਨੋਰਮਲ ਹੋ ਜਾਏ। ਵੀ ਕੈਨ ਜਸਟ ਹੋਪ ਫॉर द बेस्ट, दैट्स इट। ਠੀਕ ਹੈ ਜੀ, ਆਪਾਂ ਅੱਗੇ ਚਲੀਏ ਜੇ। ਕਹਿੰਦੇ ਜੀ ਵਰਲਡ ਹੈਪੀਨੈਸ ਰਿਪੋਰਟ ਦੀ ਗੱਲ ਹੀ ਹੈ। ਇਹ ਇਸ਼ੂ ਕੌਣ ਕਰਦਾ, ਇਹ ਪਬਲਿਸ਼ ਕਰਦਾ ਜੀ UN ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ। ਠੀਕ ਹੈ ਜੀ, ਇਹ ਤੇ ਗੱਲ ਧਿਆਨ ਰੱਖਣੀ ਹੈ, UN ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ। ਇਹ ਤੁਸੀਂ ਗੱਲ ਕੁਝ ਯਾਦ ਰੱਖਣੀਆਂ ਨੇ। ਵਰਲਡ ਹੈਪੀਨੈਸ ਰਿਪੋਰਟ UN ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨ ਨੈਟਵਰਕ। ਠੀਕ ਹੈ ਜੀ, ਚਲੋ ਅੱਗੇ ਚਲੀਏ ਜੇ। ਇੱਕ ਹੁੰਦਾ ਜੀ ਇੰਟਰਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ, IIP ਇੰਡੈਕਸ ਹੈ ਜੀ। IIP ਇੰਡੈਕਸ ਬਹੁਤ ਇੰਪੋਰਟੈਂਟ ਇੰਡੈਕਸ ਹੁੰਦਾ। ਇਹਦੇ ਅੰਦਰ ਇੰਡੀਆ ਦੀ ਰੈਂਕ 40 ਹੈ। ਕਿੰਨੀ ਕੰਟਰੀਜ਼ ਕਰਦੀ ਇੰਡੈਕਸ ਹੈ, ਇਹ ਕਿੰਨੀ ਕੰਟਰੀਜ਼ ਇਨਕਲੂਡਡ ਨੇ ਇਸ ਇੰਡੈਕਸ 'ਚ, ਇਸ ਇੰਡੈਕਸ 'ਚ ਇਨਕਲੂਡਡ ਨੇ ਜੀ 53 ਕੰਟਰੀ। 53 ਤੋਂ 40 ਹੈ। ਤੁਸੀਂ ਦੇਖ ਰਹੇ ਹੋ ਸਾਡੀ ਰੈਂਕਿੰਗ ਕਿੰਨੀ ਸਿਰਾ ਹੋਈ ਵੀ ਹੈ। ਸਰਕੈਸਟਿਕ ਵਿੱਚ ਬੋਲ ਰਿਹਾ, ਬਹੁਤ ਹੀ ਮਾੜੀ ਰੈਂਕਿੰਗ ਹੈ। ਕਿਹਦੇ ਅੰਦਰ, ਇੰਟਰਨੈਸ਼ਨਲ ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ। ਤਾਂ ਜੀ ਕੌਣ ਰਿਲੀਜ਼ ਕਰਦਾ, ਇਹ ਕਰਦਾ ਜੀ US ਚੈਂਬਰ ਆਫ ਕਾਮਰਸ ਗਲੋਬਲ ਇਨੋਵੇਸ਼ਨ ਪੋਲਿਸੀ ਸੈਂਟਰ, GIPC। ਇਹ ਧਿਆਨ ਰੱਖਣਾ, GIPC US ਚੈਂਬਰ ਆਫ ਕਾਮਰਸ ਗਲੋਬਲ ਇਨੋਵੇਸ਼ਨ ਪੋਲਿਸੀ ਸੈਂਟਰ ਕਰਦਾ ਇਹਨੂੰ ਪਬਲਿਸ਼। ਤਾਂ ਜੀ ਇੰਡੈਕਸ ਇਵੈਲਿਊਟਸ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਇਨ 53 ਗਲੋਬਲ ਇਕੋਨਮੀਜ਼, 53 ਕੰਟਰੀਜ਼ ਫਰੋਮ ਪੇਟੈਂਟ ਐਂਡ ਕਾਪੀਰਾਈਟ ਪੋਲਿਸੀਜ਼ ਟੂ ਕਮਰਸ਼ੀਅਲਾਈਜੇਸ਼ਨ ਇਨ IPS ਐਂਡ ਰੈਟੀਫਿਕੇਸ਼ਨ ਇਨ ਇੰਟਰਨੈਸ਼ਨਲ ਟ੍ਰੀਟੀ। ਮਤਲਬ ਕਿ ਇਹ ਪੇਟੈਂਟ ਦਾ ਮਤਲਬ ਹੁੰਦਾ, ਆਪਾਂ ਕੋਈ ਪ੍ਰੋਡਕਟ ਬਣਾਉਂਦੇ ਹਾਂ, ਸਾਡੀ ਕੋਈ ਉਹ ਕੱਲਾ ਅਸੀਂ ਬਣਾਈਏ ਤਾਂ ਅਸੀਂ ਉਸ ਚੀਜ਼ ਨੂੰ ਪੇਟੈਂਟ ਕਰਾ ਲੈਂਦੇ ਹਾਂ, ਵੀ ਹੋਰ ਕੋਈ ਉਹਨੂੰ ਕਾਪੀ ਨਾ ਕਰੇ, ਉਹ ਪੇਟੈਂਟ ਹੁੰਦਾ। ਤੇ ਕਾਪੀਰਾਈਟ ਦਾ ਵੀ ਉਹੋ ਜਿਹਾ ਹੀ ਮਤਲਬ ਹੁੰਦਾ। IPS ਐਂਡ ਰੈਟੀਫਿਕੇਸ਼ਨ ਆਫ ਇੰਟਰਨੈਸ਼ਨਲ ਟ੍ਰੀਟੀ, ਮਤਲਬ ਕਿ ਜਿਹੜੀ ਇੰਟਰਨੈਸ਼ਨਲ ਟ੍ਰੀਟੀਆਂ ਹੁੰਦੀਆਂ ਉਹਦੇ ਅੰਦਰ ਆਪਾਂ ਕਿਵੇਂ ਫੇਅਰ ਕਰ ਰਹੇ ਹਾਂ, ਆਪਾਂ ਕਿੰਨਾ ਆਪਾਂ ਵਰਡ ਕੀ ਹੁੰਦਾ, ਕਿੰਨਾ ਆਪਾਂ ਕੰਪਰੋਮਾਈਜ਼ ਕਰ ਸਕਦੇ ਹਾਂ। ਆਪਣੀ ਦੇਖੋ, ਆਪਣੀ ਰਿਪਬਲਿਕ ਬਣਾ ਕੇ ਆਪਣੇ ਅਸੀਂ ਰਿਪਬਲਿਕ ਹੁੰਦੇ, ਆਪਣੇ ਡਿਸੀਜਨ ਆਪਣੇ ਆਪ ਲੈ ਸਕਦੇ ਹਾਂ। ਉਹ ਇਨਕਲੂਡ ਆਪਾਂ ਉਹ ਇੱਕ ਸਾਈਡ ਤੇ ਧਰ ਕੇ, ਇੱਕ ਸਾਈਡ ਤੇ ਕਿ ਉਹਨੂੰ ਅੱਗੇ ਰੱਖ ਕੇ, ਬਸ ਆਪਣੇ ਆਪ ਨੂੰ ਜ਼ਿਆਦਾ ਇਫੈਕਟ ਨਾ ਪਵੇ ਬਟ ਦੂਜੀ ਕੰਟਰੀ ਦਾ ਵੀ ਭਲਾ ਹੋਵੇ। ਉਹ ਹੈ ਵੀ ਇੰਟਰਨੈਸ਼ਨਲ ਰੈਟੀਫਿਕੇਸ਼ਨ ਆਫ ਇੰਟਰਨੈਸ਼ਨਲ ਟ੍ਰੀਟੀ। ਇੰਟੈਲੈਕਚੁਅਲ ਪ੍ਰੋਪਰਟੀ ਇੰਡੈਕਸ ਮਤਲਬ ਪ੍ਰੋਪਰਟੀ ਨਾਲ ਦਿਮਾਗ ਵਾਲਾ ਇੰਟੈਲੈਕਚੁਅਲ। ਠੀਕ ਹੈ ਜੀ, ਕੰਟਰੀ ਇੰਡੀਆ ਦੀ ਰੈਂਕ ਆਈ ਹੈ 40, ਕਿੰਨੀ ਕੰਟਰੀ ਨੇ 53। ਕਿਹਨੇ ਲਾਂਚ ਕੀਤਾ, ਇਹ ਕੀਤਾ ਜੀ US ਚੈਂਬਰ ਆਫ ਕਾਮਰਸ ਗਲੋਬਲ ਇਨੋਵੇਸ਼ਨ ਪੋਲਿਸੀ ਸੈਂਟਰ ਨੇ ਕੀਤਾ ਇਹ ਲਾਂਚ। ਅੱਗੇ ਚਲੀਏ, ਵਰਲਡ ਪ੍ਰੈਸ ਫਰੀडम ਇੰਡੈਕਸ। ਇਹ 'ਚ ਦੇਖੋ ਸਾਡੀ ਰੈਂਕ ਬਹੁਤ ਹੀ ਵਧੀਆ ਹੋ। ਵਰਲਡ ਪ੍ਰੈਸ ਫਰੀडम, ਕਿੰਨੀ ਜ਼ਿਆਦਾ ਫਰੀडम ਇੱਥੇ ਪ੍ਰੈਸ ਤੁਹਾਨੂੰ ਪਤਾ ਹੀ ਹੈ ਨਾ। ਤਾਂ ਹਾਂਜੀ, ਵਰਲਡ ਪ੍ਰੈਸ ਫਰੀडम ਇੰਡੈਕਸ ਹੈ। ਇੰਡੀਆ ਹੈਜ਼ ਬੀਨ ਪਲੇਸਡ ਐਟ 142 ਰੈਂਕ ਹੈ ਆਊਟ ਆਫ 180 ਕੰਟਰੀਜ਼। ਇੰਡੀਆ ਵਰਗੀ ਕੰਟਰੀ ਦੇਖੋ ਅੰਡਰ 100 ਤਾਂ ਬਣਦੀ ਹੈ, ਬਟ 180 ਕੰਟਰੀਜ਼ 'ਚ ਸਾਡੀ ਰੈਂਕ 142। ਇਹ ਵੀ ਮਾੜੀ ਰੈਂਕ ਹੈ ਬਹੁਤ। ਇਹ ਰਿਲੀਜ਼ ਹੋਇਆ ਸੀ ਅਪ੍ਰੈਲ 20, 2021 ਵਿੱਚ। ਤੇ ਇੰਡੀਆ ਵਾਜ਼ ਰੈਂਕਡ ਐਟ 142ਵੀਂ ਪੋਜੀਸ਼ਨ ਤੇ। ਤੁਹਾਨੂੰ ਜਿਵੇਂ ਦੱਸਿਆ ਮੈਂ, ਨਾਰਵੇ, ਸਵੀਡਨ, ਡੈਨਮਾਰਕ, ਹੋਰ ਕਿਹੜੇ, ਨਾਰਵੇ, ਸਵੀਡਨ, ਡੈਨਮਾਰਕ, ਇਹ ਕੰਟਰੀ ਨੇ ਟੌਪ 'ਚ ਰਹਿੰਦੀ ਨਹੀਂ, ਦਬਾ ਰਹੇ। ਇੱਧਰ ਵੀ ਨਾਰਵੇ ਹੈਜ਼ ਰਿਟੇਨਡ ਇਟਸ ਟੌਪ ਸਪੌਟ ਫॉर द 5th ਸਾਲ, 5ਵਾਂ ਸਾਲ ਲਗਾਤਾਰ ਨਾਰਵੇ ਨੇ ਇੱਥੇ ਟੌਪ ਕੀਤਾ ਤੇ 5th ਈਅਰ ਰਨਿੰਗ, ਫੋਲੋਡ ਬਾਈ ਫਿਨਲੈਂਡ ਐਂਡ ਡੈਨਮਾਰਕ। ਆਹ ਦੇਖੋ ਦੁਬਾਰੇ ਉਹੀ 3 ਕੰਟਰੀ, ਪਹਿਲਾਂ ਵੀ ਇਹੀ ਸੀ, ਨਾਰਵੇ, ਫਿਨਲੈਂਡ, ਡੈਨਮਾਰਕ। ਕਦੇ ਫਿਨਲੈਂਡ ਉੱਤੇ, ਕਦੇ ਡੈਨਮਾਰਕ ਉੱਤੇ, ਕਦੇ ਸਵੀਡਨ ਉੱਤੇ। ਇਹ 4 ਕੰਟਰੀ ਨੇ ਆਪਸ 'ਚ ਇਹਨਾਂ ਘਾਲਾ ਮਾਲਾ ਕਰੀ ਜਾਂਦੇ ਇਹ। ਐਟ 2nd ਐਂਡ 3rd ਪਲੇਸ ਰਿਸਪੈਕਟਿਵਲੀ। ਐਰੀਟਰੀਆ ਇਜ਼ ਦ ਬੋਟਮ ਮੋਸਟ ਪੋਜੀਸ਼ਨ। ਕੀ ਹੈ ਕੰਟਰੀ ਸਭ ਤੋਂ ਥੱਲੇ? ਐਰੀਟਰੀਆ ਜੀ ਲਾਸਟ। ਤੇ ਫਸਟ ਤੇ ਕੌਣ ਹੈ? ਫਸਟ ਤੇ ਹੈ ਜੀ ਨਾਰਵੇ। ਕੁਝ ਗੱਲਾਂ ਯਾਦ ਰੱਖਣ ਯੋਗ, ਫਸਟ ਤੇ ਨਾਰਵੇ, ਲਾਸਟ ਤੇ ਐਰੀਟਰੀਆ। ਵਰਲਡ ਪ੍ਰੈਸ ਫਰੀडम ਇੰਡੈਕਸ, ਇੰਡੀਆ ਦੀ ਰੈਂਕ ਹੈ 142 ਆਊਟ ਆਫ 180 ਵਰਲਡ ਪ੍ਰੈਸ ਫਰੀडम इंडेक्स। ठीक है जी, चलो आगे चलते हैं।
कहते जी ये है दिस इंडेक्स इज पब्लिश्ड एवरी ईयर बाय द इंटरनेशनल जर्नलिज्म नॉट फॉर प्रॉफिट बॉडी है, ना की होता रिपोर्टर्स विदाउट बॉर्डर्स। ये ध्यान रखना, एक नॉट फॉर प्रॉफिट इंटरनेशनल जर्नलिस्ट मतलब कि ਜਿਹੜੇ पत्रकार होंगे उन्होंने बॉडी है, ना कि रिपोर्टर्स विदाउट बॉर्डर्स कादली टू इवैल्यूएट द प्रेस फ्रीडम सिचुएशन इन 180 कंट्रीज एंड टैरीटरीज। 180 कंट्रीज ते होर टैरीटरीज विच ये करते की ने भी इवैल्यूएट करते हैं भी उत्ते प्रैस नूं कितनी फ्रीडम है। इंडिया तुहानूं पता है कितनी ज़्यादा फ्रीडम है, 142 रैंक है साडी 180 चों, ठीक है जी। फर्स्ट रैंक है जी नॉर्वे की, दूजी फिनलैंड डेनमार्क की, तुहानूं दसता मैं। लास्ट देखो सानूं बहुत खुशी होगी, चाइना है जी 177 नंबर पर, इधर वो किम जोंग ऊन वाला ये 178 नंबर पर, तो एरीट्रिया है जी 180 तो सॉरी 177 179 ते है नॉर्थ कोरिया। ये ध्यान रखनी है कंट्री कौन पब्लिश करता, रिपोर्टर्स विदाउट बॉर्डर्स। इंडिया की रैंक 142, फर्स्ट है नॉर्वे, लास्ट है एरीट्रिया। ये कुछ गल्लां ध्यान रखन योग ने। अगे चलिए जी, एक है जी ग्लोबल इनोवेशन इंडेक्स होंदा, ध्यान रखना। एक ग्लोबल काफ़ी हो गया, ग्लोबल हंगर इंडेक्स हो गया, ग्लोबल सिक्योरिटी इंडेक्स हो गया, होना ग्लोबल इनोवेशन इंडेक्स। तो कहते इंडिया हैज़ बीन रैंकड एट 46 प्लेस, 46वीं रैंक आई है कितने, ये वधिया थोड़ा साडा 132 कंट्रियां तो साडी 46वीं रैंक आई है, 46th रैंक आई है, तो ये थोड़ा ठीक है काम है ना। तो जी ग्लोबल इनोवेशन इंडेक्स 2021 रिलीज बाय वर्ल्ड इंटलैक्चुअल प्रॉपर्टी ऑर्गेनाइजेशन विपो। इंडिया हैज जंप 2 स्पॉट्स फ्रॉम लास्ट ईयर रैंकिंग। पिछले साल से असी 48 ते सीगे, इस साल असी हो गए 46 ते आ गए 2021। टोटल कंट्रीज ने 132 कंट्रियां विच, तो जी आप 46 ते आ गए। अंडर द लोअर मिडल इनकम कैटेगरी ग्रुप इंडिया हैज़ बीन रैंकड एट द सेकंड स्पॉट। देखो जी साडी अब साडी इनकम ठीक है, साडी GDP बहुत टॉप 10 च आती है, बट पर कैपिटा इनकम बहुत घट है। तो आप किहड़े कैटेगरी च आते हैं, आप आते हैं जी लोअर मिडल इनकम। मिडल इनकम भी नहीं, एक होंगी अपर मिडल इनकम, एक होंगी लोअर मिडल इनकम। आप आते हैं जी लोअर मिडल इनकम कैटेगरी से फर्स्ट रैंक आई है कि वियतनाम की, पर कैपिटा इनकम वियतनाम की मतलब ज़्यादा इंडिया तो। सैकेंड नंबर पर आता है जी इंडिया, वो अंदर कि अंदर लोअर मिडल इनकम कंट्री से। ओवरऑल असी आते 46 ते। तो दी ग्लोबल इनोवेशन इंडेक्स जो 2021 का एक कैप्चर करता इनोवेशन सिस्टम्स परफॉर्मेंस ऑफ 132 इकोनॉमी, जिवें तुहानूं दसता मैं, एंड ट्रैक्स द मोस्ट रीसेंट ग्लोबल इनोवेशन ट्रेंड्स। होर किन्ने ट्रेंड टूंड चल रहे हैं, किन्ने कुछ इनोवेशन चल रही है दुनिया में, ये बारे गल करते हैं। टॉप किने किया, स्विट्जरलैंड ने किया, सिरा लाया स्विट्जरलैंड वाले ने, 65 नंबर है इन्हों के। तो इंडिया की रैंक है 46th रैंक है, इन्होंने है 36.4 नंबर। ये कुछ ध्यान रखने जो गल्लां, जिहड़ा मैं गल कही थी स्वीडन इत्थे भी सैकेंड पोजीशन ते तैयार खड़ा है। माड़ा जा पानी पी लिए, ये पढ़ो माड़ा जा इन्ना तुसीं। हाँ जी, ये पिछे किहड़ी सी, ये इनोवेशन इंडेक्स। ये आगे जो हुण ग्लोबल कॉम्पीटिटिवनैस इंडेक्स, इत्थे इंडिया की 43वीं रैंक है इन द वर्ल्ड कॉम्पीटिटिव इंडेक्स कंपाइल्ड बाय कौन करता है, इंस्टीट्यूट फॉर मैनेजमेंट डेवलपमेंट। कौन करता, इंस्टीट्यूट फॉर मैनेजमेंट डेवलपमेंट करता। तो इंडिया की रैंक है 43rd। ये करता इंपैक्ट ऑफ कोविड-19 ऑन इकोनॉमीज अराउंड द वर्ल्ड। जिवें हैप्पीनैस भी यही किया उन्होंने, की किया कहते जी कोविड-19 का की हाल पिया तुहाडे उत्ते, की हाल मतलब तुहाडे परिवार ते, तुसीं किद्दां कोप अप कर रहे हो, तो अगे किवें तुसीं रिएक्ट करोगे, किद्दां तुसीं अपनी लाइफ कंटिन्यू करोगे। उदां ही वर्ल्ड कॉम्पीटिटिव इंडेक्स भी यही किया भी कोविड-19 तो बाद कॉम्पीटिशन कितना वध गया, कितना घट गया, की होया की नहीं होया उहदे ही इकनॉमी च। तो कहते जी एक है जी इंस्टीट्यूट फॉर मैनेजमेंट डेवलपमेंट IMD, इन्हें ये करता है आउट ऑफ 64 इकोनॉमीज इंडिया की रैंक 43 है। तो ये भी साडी कुछ झंडे नहीं गड्ढे कोई 43rd रैंक ही है साडी। ये असैस करता है रैंकिंग्स रैंक 64 इकोनॉमीज एंड assesses the extent to which a country promotes the prosperity of its people by measuring economic well-being through hard data and survey। ओहो बहुत कब्बा कुछ नहीं, मेन जी गल है, बस कॉम्पीटिटिवनैस लभदा है किहड़ी कौन जरा कौन इनू पब्लिश करता, इंस्टीट्यूट फॉर मैनेजमेंट डेवलपमेंट करता। इंडिया के रैंक है 43rd, टोटल कंट्री ने 64th। कॉम्पीटिटिव ने रैंक करता 64 इकोनॉमी है, तो असैस करता एक्सटेंट टू विच अ कंट्री प्रमोट्स द प्रॉस्पैरिटी ऑफ इट्स पीपल। उन्होंने भला कि कोई कंट्री कितना ज़्यादा प्रमोट करती है बाय मेजरिंग इकोनॉमिक वैलबींग, भी उन्होंने कोल पैसे किन्ने ने, उन्होंने इनकम कितनी आ गई, इकोनॉमिक वैलबींग किवें है, थ्रू हार्ड डाटा डूटा ते सर्वे किद्दां हो रहे हैं उस कंट्री से, ये पता लगता जी वर्ल्ड कॉम्पीटिटिव इंडेक्स। टॉप ये भी किने किया, स्विट्जरलैंड ने किया। सैकेंड मैं कोई दस्या स्वीडन ते डेनमार्क इत्थे भी आ गए ने, टॉप 3 च आ गए ने। ये कुछ गल्लां तुसीं याद रखनियां। ये जी साडा हो गया, निबड़ गया काम।
ਥੈਂਕ ਯੂ ਹੋ ਗਿਆ ਹੈ। ਇਹ ਤੁਸੀਂ ਯਾਦ ਰੱਖਣੀ ਹੈ, ਬਹੁਤ ਹੀ ਇੰਪੋਰਟੈਂਟ ਸੈਸ਼ਨ ਸੀ ਇਹ, ਜਿੰਨੇ ਵੀ ਤੁਹਾਨੂੰ ਮੈਂ ਕਰਾਏ ਨੇ ਇਹ ਇੰਪੋਰਟੈਂਟ ਨੇ। ਵੈਸੇ ਤਾਂ ਜੇ ਇੰਡਾਈਸਿਸ ਬਹੁਤ ਜ਼ਿਆਦਾ ਹੁੰਦੇ ਨੇ, ਬਟ ਤੁਸੀਂ ਤੁਹਾਨੂੰ ਮੈਂ ਕੁਝ ਇੰਪੋਰਟੈਂਟ ਜੇ ਕਰਾਤੇ। ਜਿੱਦਾਂ ਮੈਂ ਤੁਹਾਨੂੰ ਕੱਲ ਕੀ ਕਰਾਏ ਸੀ, ਕੱਲ ਕਰਾਏ ਸੀ ਮਿਲਟਰੀ ਐਕਸਰਸਾਈਜ਼, ਉਹ ਤਾਂ ਮੈਂ ਸਾਰੀ ਨਿਬੇੜਤੀਆਂ। ਤੇ ਕੱਲ ਆਪਾਂ ਕਰਾਵਾਂਗੇ ਅਵਾਰਡਸ ਐਂਡ ਰਿਕੋਗਨੀਸ਼ਨ ਕਰਾਵਾਂਗੇ। ਆਪਾਂ ਇਸ ਸਾਲ ਜਿੰਨੇ ਵੀ ਮਿਲੇ ਇੰਪੋਰਟੈਂਟ ਹੀ ਕਰਾ ਸਕਦੇ ਆ। ਕਰਨ ਨੂੰ ਤਾਂ ਦੇਖੋ ਜੀ ਬਹੁਤ ਸਾਰੇ ਨੇ, ਸਾਰੇ ਹੋ ਨਹੀਂ ਸਕਦੇ, ਸਾਰੇ ਤੁਸੀਂ ਚੇਤੇ ਵੀ ਨਹੀਂ ਰੱਖੋਗੇ, ਬਟ ਜਿੰਨੇ ਮੈਂ ਕਰਾਵਾਂ ਮੈਂ ਚਾਹੁੰਦਾ ਵੀ ਤੁਸੀਂ ਉਹਨੇ ਯਾਦ ਰੱਖ ਕੇ ਜਾਓ। ਮੇਰੇ ਅਕੋਰਡਿੰਗ ਬਹੁਤ ਇੰਪੋਰਟੈਂਟ ਨੇ ਉਹ। ਤੇ ਬਾਕੀ ਉਹੀ ਗੱਲ, ਅੱਡਾ 24/7 ਦੀ ਵੈਬਸਾਈਟ ਜਾਓ ਜਾਂ ਫਿਰ ਐਂਡਰੋਇਡ ਐਪ ਤੇ ਜਾਓ। ਕੋਈ ਵੀ ਕੋਰਸ ਬਾਈ ਕਰਨਾ ਹੋਵੇ, ਬੈਂਕ ਦਾ, ਐਸਐਸਸੀ ਦਾ, ਯੂਪੀਐਸਸੀ ਦਾ, ਰੇਲਵੇ ਦਾ, ਐਨਟੀਪੀਸੀ ਦਾ, ਐਗਰੀਕਲਚਰ ਦਾ, ਪੰਜਾਬ ਅੱਡਾ ਦਾ, ਹਰਿਆਣਾ ਦਾ, ਹਿਮਾਚਲ ਦਾ, ਕੋਈ ਵੀ ਕੋਰਸ ਬਾਈ ਕਰਨਾ ਹੋਣਾ, ਤੁਸੀਂ ਕੋਡ ਇੱਕ ਯੂਜ਼ ਕਰਨਾ। ਕਿਹੜਾ ਕੋਡ ਯੂਜ਼ ਕਰਨਾ? ਤੁਸੀਂ ਕੋਡ ਲਾਣਾ, ਤੁਸੀਂ ਕੋਡ ਯੂਜ਼ ਕਰਨਾ Y383 Y383। ਇਹ ਤੋਂ ਮਿਲੂਗਾ ਤੁਹਾਨੂੰ ਕਿੰਨਾ 78% ਤੱਕ ਆਫ ਮਿਲੂਗਾ, ਸਿਰਫ ਇਸੇ ਕੋਡ ਤੋਂ ਮਿਲੂਗਾ। ਠੀਕ ਹੈ ਜੀ। ਬਾਕੀ ਜੀ ਧਿਆਨ ਰੱਖੋ, PSSB ਕਲਰਕ ਦਾ ਦੁਬਾਰੇ ਕਹਿ ਰਿਹਾ ਮੈਂ, ਛੇਤੀ ਬੈਚ ਸ਼ੁਰੂ ਹੋਣ ਲੱਗਾ 8 ਨਵੰਬਰ ਨੂੰ। ਬਹੁਤ ਹੀ ਘੱਟ ਸੀਟਾਂ ਰਹਿ ਗਈਆਂ ਨੇ, ਮੈਨੂੰ ਖਾਸ ਕਿਹਾ ਗਿਆ ਫੋਨ ਕਰਕੇ ਕਿ ਸਰ ਸੀਟਾਂ ਘੱਟ ਰਹਿ ਗਈਆਂ ਨੇ, ਮਾੜਾ ਜਿਹਾ ਬੱਚਿਆਂ ਨੂੰ ਕਹਿ ਦਿਓ, ਫਿਰ ਬਾਅਦ 'ਚ ਸਾਨੂੰ ਐ ਨਾ ਕਿਹੋ ਜੀ ਐਨਰੋਲ ਕਰ ਲਓ। ਠੀਕ ਹੈ ਜੀ। ਤਾਂ ਆਪਾਂ ਜੀ ਹੁਣ ਰੈਪ ਅਪ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਸਾਰਿਆਂ ਨੇ ਧਿਆਨ ਰੱਖਣਾ ਹੈ ਤੇ ਆਲ ਦਾ ਬੈਸਟ ਫॉर द PSPCL ਐਗਜ਼ਾਮ। ਤੇ PSSB ਕਲਰਕ ਦੀ ਤਿਆਰੀ ਖਿੱਚ ਕੇ ਕਰੋ। ਪੁਲਿਸ ਤੇ ਕਾਂਸਟੇਬਲ ਦਾ ਵੀ ਬਹੁਤ ਛੇਤੀ ਆਊਗਾ ਪੇਪਰ, ਕਿਉਂਕਿ ਸਾਡੇ ਕੋਲ ਗੱਲਾਂ ਤਾਂ ਪਤਾ ਲੱਗੀ ਜਾਂਦੀ ਮਾੜਾ ਮੋਟਾ, ਸਾਡੇ ਕੋਲ ਵੀ ਸੋਰਸਿਸ ਤਾਂ ਹੈਗੇ ਹੀ ਆ, ਤਾਂ ਪਤਾ ਲੱਗ ਜਾਂਦਾ ਕੁਝ ਗੱਲਾਂ 'ਚ ਵੀ ਕਦੋਂ ਹੋਊਗਾ ਕੀ ਹੋਊਗਾ। ਤਾਂ ਜੀ ਇਹ ਤੁਸੀਂ ਕੁਝ ਗੱਲਾਂ ਚੇਤੇ ਰੱਖਣੀਆਂ, ਪੇਪਰ ਬਹੁਤ ਛੇਤੀ ਹੋਣ ਵਾਲਾ। ਤਾਂ ਤੇ ਡਰਨਾ ਨਹੀਂ ਹੈ। ਇੱਕ ਤਾਂ ਇਹ ਨਾ ਸੋਚੋ ਦਿਮਾਗ 'ਚ ਵੀ ਪੇਪਰ ਹੋਊਗਾ, ਕੈਂਸਲ ਹੋਊਗਾ, ਪਤਾ ਨਹੀਂ ਕੀ ਹੋ ਗਿਆ। ਅੱਧੀ ਜਨਤਾ ਤਾਂ ਮੇਰੇ ਕੋਲ ਇਹੋ ਜਿਹੀ ਆਉਂਦੀ ਹੈ, ਮੈਸੇਜ ਆਉਂਦੇ, ਫੋਨ ਆਉਂਦੇ ਕਿ ਸਰ ਹੁਣ ਆਪਾਂ ਛੱਡ ਦਈਏ ਤਿਆਰੀ, ਕੋਈ ਫਾਇਦਾ ਤਾਂ ਹੈ ਨਹੀਂ, ਪੇਪਰ ਕੈਂਸਲ ਹੋ ਗਏ। ਦੇਖੋ ਜੀ 2 ਪੇਪਰ ਕੈਂਸਲ ਹੋਣ ਨਾਲ ਕੁਝ ਨਹੀਂ ਹੁੰਦਾ, ਤੇ ਕੈਂਸਲ ਨਹੀਂ ਉਹ ਦੁਬਾਰੇ ਹੋਣਗੇ, ਜਾਂ ਤਾਂ ਚੋਣ ਕੀ ਕਹਿੰਦੇ ਉਹਨੂੰ ਕੋਡ ਆਫ ਕੰਡਕਟ ਤੋਂ ਪਹਿਲਾਂ ਹੋਣਗੇ ਜਾਂ ਬਾਅਦ ਹੋਣਗੇ। ਦੇਖੋ ਜੀ ਹੋਣਗੇ, ਜ਼ਰੂਰ ਹੋਣਗੇ। ਤੇ ਜੀ ਪੁਲਿਸ ਵਾਲਿਆਂ ਨੂੰ, ਭਰਤੀ ਵਾਲਿਆਂ ਨੂੰ ਕਹਿ ਰਿਹਾ ਆਪਣੀ ਤਿਆਰੀ ਨਾ ਛੱਡੋ, ਤਿਆਰੀ ਦੱਬ ਕੇ ਰੱਖੋ, ਗਰਾਊਂਡ 'ਚ ਜਾਂਦੇ ਰਹੋ। ਜਿਹੜੇ ਵੀ ਮੇਰੇ ਭਰਾ ਮੇਰੀ ਭੈਣਾਂ ਨੇ, ਜਾਂਦੇ ਰਹੋ, ਦੌੜ ਲਾਓ, ਹਾਈ ਜੰਪ ਲਾਓ, ਲੌਂਗ ਜੰਪ ਲਾਓ, ਕਿਉਂਕਿ ਜੇ ਇੱਕਦਮ ਪੇਪਰ ਆ ਗਿਆ ਤੇ ਤੁਸੀਂ ਤਿਆਰੀ ਛੱਡੀ ਹੋਈ, ਤੁਹਾਨੂੰ ਦੁਬਾਰੇ ਤਿਆਰੀ ਕਰਨ ਨੂੰ ਬਹੁਤ ਟਾਈਮ ਲੱਗ ਜਾਣਾ, ਤੁਹਾਨੂੰ ਵੀ ਪਤਾ। ਠੀਕ ਹੈ ਜੀ। ਹੁਣ ਆਪਾਂ ਰੈਪ ਅਪ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਸਾਰਿਆਂ ਨੇ ਧਿਆਨ ਰੱਖਣਾ ਤੇ ਕੱਲ ਇਸੇ ਟਾਈਮ ਜੁੜਿਓ ਮੇਰੇ ਨਾਲ, ਆਪਾਂ ਕਰਾਂਗੇ ਕਿ ਅਵਾਰਡਸ ਐਂਡ ਰਿਕੋਗਨੀਸ਼ਨ। ਆਲ ਦਾ ਬੈਸਟ, ਗੋਡ ਸਪੀਡ ਟੂ ਐਵਰੀਵਨ।